एक बहुत ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰਨੀ ਨਛੱਤਰ ਕੌਰ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰਨੀ ਪਰਮਜੀਤ ਕੌਰ, ਸਰਦਾਰ ਬਲਵਿੰਦਰ ਸਿੰਘ, ਸਰਦਾਰਨੀ ਹਰਜਿੰਦਰ ਕੌਰ, ਸਾਬਕਾ ਸਰਪੰਚ ਸਰਦਾਰ ਰਘਬੀਰ ਸਿੰਘ, ਕਮਲਦੀਪ ਸਿੰਘ ਕੈਨੇਡਾ, ਜਸਪ੍ਰੀਤ ਕੌਰ ਕੈਨੇਡਾ, ਸੁਖਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਮਨਦੀਪ ਕੌਰ ਕੈਨੇਡਾ, ਕੁਲਵੰਤ ਸਿੰਘ ਕੈਨੇਡਾ, ਚਰਨਜੀਤ ਕੌਰ ਕੈਨੇਡਾ, ਹਰਬੰਸ ਸਿੰਘ ਕੈਨੇਡਾ, ਕਰਮਜੀਤ ਕੌਰ, ਨਰਿੰਦਰ ਸਿੰਘ, ਸਹਿਜਵੀਰ ਸਿੰਘ, ਮਨਰੀਤ ਕੌਰ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਬਾਬਾ ਮਲਕੀਤ ਸਿੰਘ ਜੀ ਮੋਹਾਲੀ ਕਲਾਂ ਸੰਗਰੂਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ।
प्रसाद पानी साथे चलता बड़ी शांति गल्ला बातों में संतोष किसी ने बोलने वाली को प्यार ना कर दिया करते हैं कोई भी गल्ला बातों को इधर उधर की गल करता है मन संतोष के शांत करते वार्ता करे आओ मैं बेनती करना भाई सुरेंद्र सिंह उन्होंने जथे में आके समाज में अमृतमय कीर्तन समाज नगरी नगर Bill Pucciani, let die.
ਸਰਦਾਰਨੀ ਨਛੱਤਰ ਕੌਰ ਜੀ ਦਾ ਜਨਮ ਪਿਤਾ ਸਰਦਾਰ ਹੀਰਾ ਸਿੰਘ ਜੀ ਦੇ ਘਰ ਮਾਤਾ ਹਰ ਕੌਰ ਹੁਣਾਂ ਦੀ ਕੁੱਖੋਂ ਪਿੰਡ ਅਜਨਾਲੇ ਖੁਰਦ ਨੇੜੇ ਅਹਿਮਦਗੜ੍ਹ ਵਿਖੇ ਸਨ 1925 ਵਿੱਚ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ, ਸੁਘੜ ਅਤੇ ਸਿਆਣੇ ਸਨ। ਬਚਪਨ ਵਿੱਚ ਹੀ ਆਪ ਜੀ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ, ਜਿਸ ਕਰਕੇ ਆਪ ਜੀ ਨੂੰ ਆਪਣੇ ਭਰਾ ਸਰਦਾਰ ਕੁਲਦੀਪ ਸਿੰਘ ਪੰਧੇਰ ਹੁਣਾਂ ਦੀ ਸਾਰੀ ਜ਼ਿੰਮੇਵਾਰੀ ਸਾਂਭਣੀ ਪਈ ਅਤੇ ਉਹਨਾਂ ਦੀ ਪਾਲਣਾ ਪੋਸ਼ਣਾ ਆਪ ਜੀ ਨੇ ਕੀਤੀ ਅਤੇ ਆਪ ਜੀ ਨੇ ਆਪਣੇ ਮਾਤਾ ਜੀ ਨਾਲ ਹਰ ਕੰਮ ਵਿੱਚ ਹੱਥ ਵਟਾਇਆ। ਆਪ ਜੀ ਨੇ ਖੇਤੀਬਾੜੀ ਤੱਕ ਦਾ ਕੰਮ ਕੀਤਾ ਅਤੇ ਪਰਿਵਾਰ ਨੂੰ ਸਹੀ ਜੀਵਨ ਸੇਧ ਦਿੱਤੀ। ਆਪ ਜੀ ਦਾ ਵਿਆਹ ਸਨ 1947 ਵਿੱਚ ਸਰਦਾਰ ਜੋਰਾ ਸਿੰਘ ਵਾਸੀ ਮੋਹਾਲੀ ਕਲਾਂ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੇ ਗੁਣਾਂ ਦੀ ਮਹਿਕ ਆਪਣੇ ਸਹੁਰੇ ਘਰ ਬਿਖੇਰਨੀ ਸ਼ੁਰੂ ਕਰ ਦਿੱਤੀ। ਆਪ ਜੀ ਹਮੇਸ਼ਾ ਹੀ ਆਪਣੇ ਪਤੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ। ਆਪ ਜੀ ਦੇ ਪਤੀ ਸਰਦਾਰ ਜੋਰਾ ਸਿੰਘ ਜੀ ਮੋਹਾਲੀ ਕਲਾਂ ਦੇ ਸਰਪੰਚ ਵੀ ਰਹੇ ਅਤੇ ਇਸ ਸਭ ਪਿੱਛੇ ਸਰਦਾਰਨੀ ਨਛੱਤਰ ਕੌਰ ਹੁਣਾਂ ਦਾ ਅਹਿਮ ਯੋਗਦਾਨ ਸੀ। ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ 2 ਪੁੱਤਰੀਆਂ ਪਰਮਜੀਤ ਕੌਰ ਅਤੇ ਹਰਜਿੰਦਰ ਕੌਰ ਅਤੇ 2 ਪੁੱਤਰਾਂ ਬਲਵਿੰਦਰ ਸਿੰਘ ਅਤੇ ਰਘੁਵੀਰ ਸਿੰਘ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਸਰਦਾਰਨੀ ਨਛੱਤਰ ਕੌਰ ਜੀ ਬਹੁਤ ਹੀ ਸਾਦਾ ਜੀਵਨ ਜਿਉਣ ਵਾਲੇ ਅਤੇ ਪਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਤੇ ਵਹਿਮਾਂ ਭਰਮਾਂ ਤੋਂ ਦੂਰ ਔਰਤ ਸਨ। ਆਪ ਜੀ ਹਰ ਇੱਕ ਦਾ ਭਲਾ ਚਾਹੁਣ ਵਾਲੇ ਅਤੇ ਨਿਸਵਾਰਥ ਭਾਵਨਾ ਵਾਲੇ ਸਨ। ਗਰੀਬਾਂ ਅਤੇ ਦੀਨ ਦੁਖੀਆਂ ਦੀ ਸਹਾਇਤਾ ਆਪ ਜੀ ਹਮੇਸ਼ਾ ਹੀ ਤਨੋ ਮਨੋ ਅਤੇ ਤਨੋ ਕਰਿਆ ਕਰਦੇ ਸਨ। ਆਪ ਜੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚ ਲੈਂਦੇ ਸਨ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ, ਜਿਸ ਦੀ ਬਦੌਲਤ ਅੱਜ ਆਪ ਜੀ ਦੇ ਵੱਡੇ ਬੇਟੇ ਬਲਵਿੰਦਰ ਸਿੰਘ ਜੀ ਪਰਿਵਾਰ ਸਮੇਤ ਕੈਨੇਡਾ ਵਿਖੇ ਸੈੱਟ ਹਨ ਅਤੇ ਆਪ ਜੀ ਦੇ ਦੂਸਰੇ ਬੇਟੇ ਸਰਦਾਰ ਰਘੁਵੀਰ ਸਿੰਘ ਜੀ ਪਿੰਡ ਮੋਹਾਲੀ ਕਲਾਂ ਦੇ ਸਾਬਕਾ ਸਰਪੰਚ ਹਨ। ਸਰਦਾਰ ਰਘੁਵੀਰ ਸਿੰਘ ਜੀ ਹਮੇਸ਼ਾ ਹੀ ਸਮਾਜ ਸੇਵਾ ਲਈ ਤਤਪਰ ਰਹਿੰਦੇ ਹਨ ਅਤੇ ਆਪ ਜੀ ਦੇ ਕਾਰਜਕਾਲ ਦੌਰਾਨ ਵੀ ਪਿੰਡ ਮੋਹਾਲੀ ਕਲਾਂ ਨੇ ਬਹੁਤ ਹੀ ਵਿਕਾਸ ਕੀਤਾ। ਸਰਦਾਰਨੀ ਨਛੱਤਰ ਕੌਰ ਹੁਣਾਂ ਦੀ ਫੁਲਵਾੜੀ ਇਸ ਸਮੇਂ ਉਹਨਾਂ ਦੇ ਪੜ ਪੋਤਰੇ ਸਹਿਜਵੀਰ ਸਿੰਘ ਅਤੇ ਪੜ ਪੋਤਰੀ ਮਨਰੀਤ ਕੌਰ ਨਾਲ ਮਹਿਕ ਰਹੀ ਹੈ। ਕਿਸਨੂੰ ਵਾਕੀ ਬਿਨ ਪੁੱਛਿਆ ਮਿਲੇ ਉਹ ਮੌਤ ਇਹ ਥੋੜੀ ਪੁੱਛਦੀ ਏ ਵੀ ਦੱਸ ਕਿਹੜੇ ਮਹੀਨੇ ਕਿਹੜੇ ਦਿਨ ਤੇ ਕਿਹੜੇ ਵਾਰ ਬਗੈਰ ਪੁੱਛਣ ਤੋਂ ਲੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਆਵਾਜ਼ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਬਾਤ ਕੋਈ ਦੁਨੀਆ ਤੇ ਮੇਲੇ ਦੀ ਨਿਆਈ ਹੈ। ਮੇਲੇ ਕੋਈ ਸਦਾ ਸੇ ਥੋੜੀ ਲੱਗੇ ਰਹਿੰਦੇ, ਇੱਕ ਦਿਨ 2 ਦਿਨ फिर सड़कें सुन वसाफ हो जाती ये दुनिया मेले की न्याई है और रब जी को याद रखे कर संसार दी जिम्मेवारियां निभाने तरंकार को भी रखो। गुरु ग्रंथ साहिब जी के प्यारे जब
भेद किते कोई बुला पाए, दिल का फिक्र न जाए। तुम दम कलारी जो करो हाजिर हजूर खुदाए, हाजिर हजूर खुदाए। ये जो दुनिया से गिर मेला दस्तगीरी ना है, दस्तगीरी ना है। रोग पड़ पड़ खुशी होए, बेकदर बात बताए। हक सच खालक खलक में आनो, शाम मूरत लाए, शाम मूरत लाए। ये जो दुनिया से गिर मेला दस्तगीरी ना है। ये जो दुनिया से मेरा दस्तगीरी ना है। ये जो दुनिया से मेरा दस्तगीरी ना है। ये जो दुनिया से मेरा दस्तगीरी ना है। सतनाम श्री वाहिगुरु, वाहिगुरु, वाहिगुरु। सतनाम श्री वाहिगुरु, वाहिगुरु, वाहिगुरु। सतनाम श्री वाहिगुरु, वाहिगुरु, वाहिगुरु। सतनाम श्री वाहिगुरु। कबीर जी ने श्लोकों में जो ਤੁਹਾਨੂੰ ਸਵਾਲ ਤਾਂ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਫਲਾਣੇ ਡਾਕਟਰ ਕੋਲ ਚਲੇ ਜਾਂਦੇ, ਉਸ ਵੈਦ ਕੋਲ ਚਲੇ ਜਾਂਦੇ, ਸ਼ਾਇਦ 4 ਦਿਨ ਹੋਰ ਕੱਢ ਦਿੰਦਾ, ਕੁਝ ਹੋਰ ਹੋ ਜਾਂਦਾ। ਤੇ ਕਬੀਰ ਦੀ ਇਹੀ ਗੱਲ ਆਪਣੀ ਬਾਣੀ 'ਚ ਕਰਦਾ ਹੈ। ठीक है, कबीर वैद कहे हो ही भला, दारू में भी बस। कहता मैं ते इस बीमारी की जानकारी रखदा, मैनू पता है किहड़ी दवा देनी है कि तुसीं ठीक हो जाओगे। सुनियो जी कबीर जी ने, सुनो। वैद कहता मैं जानकारी रखदा, मैनू पता है किहड़ी दवा देनी तुसां ठीक हो जाओगे। कबीर वैद कहे हो ही भला, डॉक्टरों ते वैद्यां दीयां दवाइयां भी सारियां नूं बचा थोड़ी रहे। दुआ दा भी उत्थे असर करे जिन्हों रब ने रखना होवे। ते कबीर जी ने किया बात कहते वैद जी हुण तुहाडी दवाई ने असर नहीं करना। क्यों? जिहदी वस्तु है उन्हें लै जाना, हुण नहीं तेरी दवाई ने असर करना। कबीर वैद कहे हो ही भला, दारू में
कबीर बैद हुआ रोगी हुआ। अब कह रहे फलाने को यह बीमारी सी वो तां मर गया, इस तरह आखते ਉਹਨੂੰ ਇਹ ਬਿਮਾਰੀ ਸੀ ਉਹ ਤਾਂ ਮਰ ਗਿਆ। ਤੇ ਕਬੀਰ ਜੀ ਕੀ ਕਹਿੰਦੇ ਨਹੀਂ ਸਮਾਂ ਆ ਗਿਆ ਏ ਕਿਤੇ ਦੁਨੀਆ ਵਿੱਚ ਝਾਤ ਮਾਰੋ, ਰੋਗੀਆਂ ਨੇ ਤੇ ਮਰਨਾ ਹੀ ਏ, ਬੈਦ ਆਪ ਵੀ ਤਾਂ ਮਰ ਹੀ ਜਾਂਦੇ ਨੇ। ਬੈਦ ਦਾਅਵੇ ਕਰਦਾ ਉਹਨੂੰ ਵੀ ਮੈਂ ਬਚਾਇਆ, ਉਹਨੂੰ ਵੀ ਮੈਂ ਬਚਾਇਆ। पर सत संगियो कईयां नूं बचाउंदे बचाउंदे डॉक्टर ते वैद आप भी चले जाते हैं इस दुनिया चो। कबीर वैद हुआ रोगी हुआ, मुआ सब संसार। नीत नीत घर बंद दे रहना होई, पिंड पवे जो जल सी दे जाने कोई। कोई पौधा कुछ उत्थे बनाई जाए जिथे पक्के रहना। ये नहीं असी संसार के सुख बनाने, संसार के सुखों में इंज रुझे सानू निरंकार भुल गया। बाबा जी ने आवाजा दे दिता, कहते पौधा कुछ उत्थे बनाई रहे जिथे पक्के रहना होवे। कोई जात मार सजना मित्रा रिश्तेदारा वल किन्ने चले गए ने, तू कितना चिर बैठा है। गुरु ग्रंथ साहिब विच बैठे ने कबीर वो की आवाजा कहते मैं दसा कदों जागदा। उन सारिया जिम्मेवारियां की ये बवाद है, रब वाले पासे क्यों सौ जाता है। दसा कदों जागदा है, कदों जागदा है। कहो कबीर तब ही मर जागा है, जम का दंड होड़ मिला है। जदों जम का डंडा सिर विच आके बज जाता है उदों ही जागदा है। अब मौत होती है, हड्डां पुड़काउंदी, जिंद नमाणी कढ़ी हड्डां पुड़का रहे। फिर बंदा सोचदा वो ऐसी सारी जिंदगी संसार भी पढ़ना ढोंदा रहा, क्यों ना निरंकार को याद रखे। कबीर जी की बात अवस्था छोटी उम्र, मां ने घरों काम से भेजा ते कबीर जी कितने गए।
सुनियो शरदा, बनारस दे विच एक शमशान घाट है, ओहदा नाम है हीरा। अज भी उत्थे जलाइए जाइए, उत्थे हजारां ही शरीर रोज जलाए जाते हैं, हजार। क्यों भाई? उन्हों की सोच है, जेड़ा शरीर इत्थे जलाया जाता है उसकी गति हो जाती है। जेड़े तुसी गए तो सब तकिया हो गए, कभी उस बाजार विच ही लंघिए, इंज लगता है जिवें बंदा मौत के बाजार विच ही लगता है। कोई दुकानदार लकड़ा बेचता है, वे आओ चिखा वास्ते सस्तियां लकड़ा है। कोई दुकानदार कपड़ बेचता है, ते कोई दुकानदार फट्टे रख के बैठा है जिहदे ते जीव नूं अंतिम समय पाउंदे। एक बार ते इंज लगदा जिवें बंदा मौत दे बाजार की बिल्ली लगदा ते उत्थे कबीर जी दा घर भी अजे तक है। आप बनारस में जाइए, कबीर जी का घर भी अजे तक दर्शन करने को मिलता है। मां ने करो कम ते भेजिया ते कबीर जी का घर। सत्संगी छोटी उम्र का पुत्र होवे ते मां का भी हिरदा कंबदा ही है कि क्यों मौत के बाजार वालों चला जाता है। जदों गई शाम घर आई कि मां पुछदी, कहती कबीर किहड़े काम में गए? दस्या जदों हुई सवेर तुर लगे कि मां ने बांह तो पकड़ लिया, पुत्र उलामा मिल गया। मैनू किसे दसिया तू ते हीरा घाट वाल घूमदा सी, उत्थे क्यों गया? कहते बा तैनू किसे सच्ची दसिया, पर मैं एवें नहीं जाता, मैं हीरे मोती चुभदा। हुण सत्संगी मां दी कबीर की उम्र भी है छोटी, पर अवस्था उच्ची है। उच्ची अवस्था दी गल्लां मां दी समझ विच नहीं बैठदियां। कहंदी पुत्तर जे तू हीरे चुगदा है ते सुट के किथे आंदा है? घर ते कदे भी ना मिल के आया। जदों कबीर ने देखिया भी गल मां की समझ विच नहीं आई, उन्हें अपने बल नाल बांह छुड़ाई ते दौड़ गए। मगर एक मां दौड़ी, ये रास्ता सच्ची शमशान घाट नूं मिलदा है। मां की बेटी एक चिखा दियां लाटां निकल रही ने ते कबीर दी जान की चौकड़ा मार के कोल गए। मां बड़ी हैरान, छोटा जिहा मेरा कबीर, इनू डर नहीं लगता? जदों किन्ना चिर ना उठे, मां मोढे तो पकड़ के लांदी, कबीर झूठ भी बोलण लग पिया। मैनू कहता हीरे मोती चुगदा, ऐ की गल है?
कबीर जी उठ के खड़ोते कहते मां तैनू नहीं पता रब दा नाम हीरे तो कीमती है। मां कहती पुत्र मैनू की समझाता है रब दे नाम की कौन कीमत पावे तू मैनू ये दस तैनू इत्थे आउण दी की लोड़ है। घर भी तू राम राम कर रहा है मैं कहूँ तेनू रोकिया है कभी टोकिया ऐसे क्यों आया कहते मां मैनू मरना भुल गया मैनू मरना भुल गया। जदों भी समाधि लीन हुंदा है मेरे ख्याल घर दे कम्मां वल्लों चले जाते थे लिव शराब नालों टुट जाती सच्ची प्यारे वो भागा वाले ने जिन्हां दी जित जिन्हां दी आत्मा गुरु नाल जुड़ जाती है नहीं तो पूरा नितनेम ते एक पासे जुपजी साहिब जी नवेड़ लैंदा अज किथे किथे जाना ते किहड़ू किहड़ू मिलना। कई बार ऐसे समागमां विच मौत की गल विच गुरु की गोद विच बैठे होइए मन ते फिर भी घरों मुड़ जाता अपनी होर ही सोचां सोचता रहता है। क्यों क्योंकि जीव ये भुल जाता भी एक दिन मैं भी मरना है एक दिन मेरे लिए भी लोगों ने इस तरह आके बैठा जी याद होवे कि क्यों रब नाल लिप टुट जाए क्यों मना की बिरथी बाहर चली जाए। मां मरना भुल गया मां कहती पुत्र मैं तेनू ये पूछदी तैनू इत्थे आउण दी की लोड़ पै गई। कहने लगे मां जदों किते इत्थे ख्याल खिंडदे ने अखां खुलदियां ने मैं की वेखदा हां किन्ने शरीर जलदे होंदे इन्हां जलदे हुए शरीरां वल वेख के अपने आप नूं समझा लैंदा हां कहो कबीर सुनो मन मेरे यही हवाल होएंगे तेरे। ओए कबीरा किन्ना खाएगा किन्ना कमाएगा किन्ना जोड़ेगा एक ना एक दिन चार भाई चुप के तेनू भी इसे अग में पा जाएंगे। कहते मां इन्हां जल्दी चिखा वाल वेख के मैं सोचता रहता किन्ना कमा लेगा किन्ना जोड़ेगा एक ना एक दिन चार भाई चुक के तेनू भी इसे अग विच पा जाना। सच्ची प्यार जदों कदी अपने संबंधियां चिखा दी अग ते जलदे वेखदे हो एक बारी तो बंदे नूं अपना मरना याद आ जाता। मैनू भी मेरे सज्जन मित्र रिश्तेदार इसी तरह अग ते पा जाणगे। जदों तुसीं चिखा वल वेखदे हो एक बार बंदे नूं अपना मरना याद आता
क्या जाना कि वो बनेंगे कैसा ले इस बंदे ने इन्ना कमाया इन्ना कुछ बनाया ते पलान की सवाह हो गया मेरे नाल भी ये कुछ हो गया क्या जाना कि वो मरे कैसा मरना हुए कहे कबीर सुनो मन में हवाल होएगे ते कहते मां एक दिन तेरे कबीर नूं भी लोगों ने इस तरह अग विच पा जाना जदों मां ने कबीर कोलों ये सुनिया उठ के छाती नाल लाया कहती कबीर अजे ते तू बच्चा है फिर तू जवान होना है फिर तू बुढ़ा होना है हुणे क्यों इहदियां गल्लां करी जाए कबीर जी कहते मां ये उमरां दा हिसाब तू लाउणी पई ये उमरां दा हिसाब तू लाउणी पई मौत उमरां नहीं वेखदी कहते झात मार बच्चे बुढ़े जवानों सब मौत लई जाती है बारी बूढ़े तरने भैया सब हूं जब ले मां कहती कबीर मौत सब नू लई जाती पुत्र फिर आपा की करेंगे कहते मां जिन्ना चिर दुनिया विच रहिए रब दियां गल्लां करदे ते सुनदे जिन्ना चिर दुनिया विच रहिए रब नूं याद रखिए सब कोई आई वारी है जो आया
सूरज चंदना पूजदी दीवे लख तारे चमकाए रंग मुंजीठ कुसुमदा सदा सुधोई बेसुमटाए सतगुर तुलना मिहिरवा मात पिता ना देव सुवाए तिथे सबे ठोक बजाए मावेत ना पूजन मावेत ना पूजन हित मावे मासी जाए इतना मावे मासी जाए मावेत ना पूजनी मावेत ना पूजनी सतनाम श्री वाहेगुरु 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 सतनाम श्री वाहेगुरु 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 तिथे सबे ठोक बजाए तिथे सबे ठोक बजाए कहने लगे मैं सारे ठोक बजा के बैठे अपनी मां वर्गा प्यार कौन करे जिहड़ा प्यार अपनी मां कोलों मिलदा है कोई भी ना देवे एक रानी अपनी नौकरानी को बुलाती कहती और सामने बहुत सारे बच्चे खेड रहे हैं उन्होंने विच मेरा पुत्र भी खेड रहा है जाओ कुछ खुआ के आ उन्हें खादा ने कुछ भी सुनेगा सत्संगी है कोई हो गया रिश्ता देखो रब जी ने कैसिया रिश्ते दियां अंदर दियां आंदरां दियां साझा पाइया खुराक बच्चे ने नहीं खाधी आंदरां मां दियां तड़फदियां रहदियां भी खादा भुल गई कहती उन्हें खादा ही नहीं कोई सवेरे नौकरानी कहती बच्चे का बहुत भेट गए हुण एने बच्चियां की भीड़ विचों मैं तुहाडे पुत्र नूं किवें पहचाना किहड़ा रानी कहती जिहड़ा सब तो सोहना है वो मेरा पुत्र है हाँ भाई राजियां दे बच्चियां दी पोशाक भी बखरी के पहचान भी बखरी राजे नो होए पर सत्संगी नौकरानी जेरू जाके भोजन खवादी वो एडा सोहना नहीं रानी ताक ले आके डांट दी कहती है सब तो सोहना मत सूरत किसे गरीब ते कंगाल दा पुत्र लगदा है मैं तेनू आखिया सी जेड़ा सब तो सोहना है नौकरानी कहती मैनू सारे विचों इहो ही सोहना लगदा है क्यों कहती कि मेरे जिगर दा टुकड़ा है तैनू क्यों जिहा भी लगे
मैनू सोहना लगता। सच्ची प्यारी, बच्चा कितना भी गरीब ते कंगाल क्यों ना हो, मां कहती मेरा राजा बेटा है। बच्चा कितना भी गरीब, मां कहती राजा बेटा। तुसी संसार वाल वेखदे मापे किन्ने भी गरीब होण, मां लोकां दे झूठे भांडे ते झाड़ू पोचा करके भी सोच रही है मेरे बच्चे अवसर बन जाण। ते भाई गुरदास जी ने बाणी विच कह दिता, लो पंक्तियां तुहानू मैं दोबारा सुना देना, सुनियो शरधा। सूरज चंद्रमा दीवे लख तारे जमगाए, कहते उन्हां कोलों पुछ जिन्हां कोलों मां नहीं। कदे उस घर वाल चात मार जिस घर दे विच मां नहीं। रिश्तेदार सारे चंगे, रिश्तेदार सारे बहुत प्यार करते हैं, बड़ी नेड़ता देते हैं। वो जिवें लखां जगदे हुए दीवे सूरज की रोशनी का मुकाबला नहीं कर सकते। रिश्तेदार तो सारे चंगे ने, पर कोई दूजी मां थोड़ी हो सकती, दोबारा मां थोड़ी मिलती। ताई भाई गुरदास जी बाणी कहते हैं सूरज चंद्रमा प्यारी की बात सुना। अज एक मां की याद में बैठे हजरत मूसा जी कोहे तूर वाल तुरे जा रहे। कोहे तूर वो पर्वत पहाड़ जिथे बैठ के वो बदली करते थे। अज शरीर कुछ थकिया है तो उस रब ने की आवाज मूसा जी थके लगते कोई सवारी का प्रबंध कर दे। आखिया जी कर दे।
अच्छा इंज कर, इस पिंड दे विच फलाने पासे फलां बंदे कोल चला जा, वो तेरी जान का प्रबंध करेगा। मूसा जी गए, जाके उस बंदे का दरवाजा खड़का दिता, आख्या जी मैं कोहे टोल पे जाना है। सच सजी वो बंदा अपने घरों निकल रहे ते आसमान वाल ऊपर वेखदा है, इशारा कर रहे कि आसमान धरती के उतर आता है। ये साथी उन्होंने घर देखा अपनी आप केवल इन्नी गल लैनी है, मां आसमान धरती के उतर आया, कहता जी बैठो ते चले जाओ। हजरत जी बैठे ते जाके कोहे तोड़ के उतर गए। जदों उस रब जी की याद में जुड़े, उस रब जी नाल एक मिक होए ते उस रब जी नूं की कहते, कहते ऐ अल्लाह एक गल ते दस, उस बंदे ने किहड़ी बंदगी कीती है, वो आसमान नूं इशारा करे ते धरती ते उतर आउंदा है। उस बंदे ने किहड़ी बंदगी कीती, आसमान नूं इशारा करे ते धरती ते उतर आवे। ते उस रब जी ने की आवाज दिता, मूसा जी उस बंदे ने अपनी मां नाल प्यार किया, उस बंदे ने अपनी मां नाल प्यार निभाया है। सच संगियो मावां ते सारियां दी ने, पर वो भागा वाले होंदे ने जिहड़े मां नाल प्यार निभाउंदे। मावां सारियां दी निभावे कोई कोई। उस बंदे ने अपनी मां नाल प्यार निभाया है, पर मां उहदी मर गई है। मां उहदी मर गई, बंदगी वाली सी। मरदी मरदी मैनू कह गई कि ऐ रब्बा सारी जिंदगी मैं कदे तेरी गल ना मोड़ी। सुनियो शरदा मां उहदी कह गई मरण तो पहला, ऐ मेरी रब्बा सारी जिंदगी मैं कदे तेरी गल ना मोड़ी, ते तू हुण ख्याल रखी मेरे पुत्र की कोई गल ना मोड़ी, मेरे बच्चे की गल ना मोड़ी कोई, मैनू उहदी गल मननी पैंदी। सच्ची प्यार ये रिश्ता रब वर्गा रिश्ता है, कभी अपने गुरु साहिबां वाल झात मारो। जदों माता गंगा जी गुजर गए ना, गुरु हरगोबिंद पातशाह जी ने माता ते गुरु जी नूं एक गल याद आ, मेरी मां मैनूं कहती सी भी तेरे गुरु पिता का भी शरीर जल प्रवाह होया सी ते मेरा भी शरीर जल प्रवाह करता है। इतिहास तो बाद सुनियो शरदा, फिर माता जी का बवान तैयार किया, माता गंगा जी का गुरु हरगोबिंद पातशाह जी की मां गुरु अर्जन देव जी के घरों बवान तैयार किया, भाव अर्थी तैयार किए, शरीर नूं चुक के गुरसिख ब्यास दरिया के किनारे पे लाया। अब बाबे बकाले जाइए ना, ते ब्यास दरिया के किनारे एक गुरुद्वारा बनया है, उसका नाम है बिवानगढ़।
शरीर चुक के लै गए दरिया के किनारे। बाबा बुढ़ा जी वर्गे गुरसिख माता जी के शरीर को लैके पानी में बढ़ गए। तो जो रोड़न लगे ना ते महाराज जी बैराग में भिज के आवाज देते रुक जाओ। सिख रुक गए। महाराज पानी में बढ़ते ने ते अपनी मां के चरणों वाल जाते ने ते चरणों वालों कपड़ा चुक के ना मां के चरणों से मत्था टेक रहे। फिर गुरु महाराज पानी विच अपनी मां के सिर वाल जाते थे ते मुंह तो कपड़ा चुक के ना गुरु हरगोबिंद महाराज अपनी मां के मुंह वाल वेख के ते अखां विच हंझू भर लैंदे थे। सिख सोचण लगे महाराज मां के शरीर को वेख के रो पए। सानू ते कहते शरीरां दा मोह नहीं चाहिए, आप रोई जाते थे। जदों महाराज पानी तो बाहर आए बाबा बुढ़ा जी पातशाह संगतां दे मन विच ये ख्याल आ गुरु हरगोबिंद पातशाह जी ने जिहड़े वचन बोले तुसीं शरधा नाल सुणो। कहने लगे गुरसिखो शरीर चला जाए रोना माड़ा है। केड़ा रोना माड़ा है? रब नूं उलांभे दे दे के रोना कि रब्बा तू क्यों मैं कुछ कर रहा है। ये रोना बहुत माड़ा है। भी रब्बा क्यों ये शरीर रह गया। मेरी अखां विच हंझू इस करके नहीं आए कि मेरी मां का शरीर चला गया। हंझू ते तां आ गए मैनू मां दियां कुछ गल्लां याद आ। बादशाह किहड़ियां गल्लां? कहंदे मेरी मां मेरे जन्म तो ही पहला नंगे पैरी जाके बाबे बुढ़े कोल अरदासां करदी सी मेरे जन्म दी। जदों बादशाह दस रहे ने ते संगतां ने भी मन भर रहे। कहते मेरी मां मेरे जम्मण तो भी पहला नंगे पैरी जाके इस बाबे कोल अरदासां करदी सी। फिर मेरा जन्म होया प्यार नाल पालिया ते मैनू पढ़ाउण वास्ते भी उंगल लाए के मां ले गई सी। फिर मैनू शस्त्र विद्या सिखाउण वास्ते भी इस बाबे कोल मेरी मां मैनू बांह पकड़ के ले गई। मेरा ते चाह करदी सी मेरे बच्चों का भी चाह करदी सी। जदों मेरे घर पुत्र ने जन्म लिया मेरे नालों वध चाह मेरी मां नूं चढ़िया होया सी। मैनू अभी चंगियाइयां याद आ गईयां तां अखां भर सच्ची प्यार पंक्तियां मैं तुहानू बाणी विच सुणा दे। सारे रिश्ते मुबारक ने सब कुछ मिल जाएगा पर सच सकी हो मां थोड़ी दोबारा मिलती है। जदों कोई बुलंदियां नूं छूंदा है उच्चे मकाम ते चले जाए हर कोई ओदे नाल प्यार करता है, हर कोई ओदी नेड़ता करता है। लोग ये भी कहते हैं ये नाल मेरी रिश्तेदारी। पर जदों बंदा सब कुछ हार जाए सारी साथ छड्ड देण फिर नहीं कोई नेड़े लगता। फिर प्यारियों एक मां फिर भी गले नाल ला लैंदी कहती कोई नहीं जी कोई भी तेरे नाल नहीं तेरी मां तेरे नाल है। जी कोई भी तेरे नाल नहीं तेरी मां तेरे नाल है। या भाई गुरदास जी की कहते मैं ठोक बजा के वेखी मैं चंगी तरह परखे मां नहीं मिलती दोबारा।
ਨਾਲ
ਜਿਹਾ ਜੀ ਲਿਖਿਆ ਤੇ ਆਪ ਕਮਾਏ ਕੱਲੇ ਅਨੰਤ ਸਤੀ ਉਠੀ ਜਾਏ ਦੇ ਮਾਂ ਬਖਤਾਂ ਸਾਰ ਮਾਤਾ ਨਸਤਰ ਕੌਰ आज ने जितनी भी आदिवासी बहुदेव संसार की यात्रा करते हो कई रोज पहला काल चरणा करके संत हिस्से परिवार ने उन्होंने आत्मदशा की बात आपने ग्रह के आप जी की झुकी बाणी ने श्री सहज पाठ आरंभ करवाए दादा जी वाणी आप तो मत करो मन तो अंत निर्विघ्नता सहज बड़ी जिन्होंने अमृत वेले भोग पे भोग तो उपरंत आप के दरबार के बैठ के आप के दफ्तर के सेवकों ने रागी सिंह ने कीर्तन विख्यान किया गुरु गोबिंद महाराज आप की सूची पानी पढ़द्या को रागी सिंह को कीर्तन करद्या को परिवार को सेवा करद्या को एक ने बड़े तरह के औरतें अंगत को जान के समझ के लाभ करना अपो हाथे आदि सेवकों बाणी पढ़नी रागी सिंह कीर्तन करनी परिवार को सेवा करनी बालते बुद्धि व्यापनी दाता जी आप जी बख्शन दाता ने भी परिवार ने आप जी को सुंदर पैसा के पहनाए आप भी कर करो ओम श्री श्री आत्मा के परलोक ज बढ़ते गजने गुरु ग्रीन आप जी उदय आप जी बख्शन लंगड़ा ने क्यों परिवार वालों देव का दाड़ा दूधा दाड़ा सरके सको भोगला हुआ इधर भोग गया सास मूर्ताओं की आज्ञा करनी गुरु ग्रीन ओ श्री श्री आत्मा को संसार के विचरद्या को एक नहीं बड़े तरह की बताइए जान के संत के माफ करना आवाज चक्कर तो बचा के आपके चरणों में जोड़ देना किससे परिवार में भाणा मन की बातें बुद्धि व्या करनी एट टाइम आज दबते जो भी माई भाई तिल गुड़ कहाँ लेके आ रहे उन्हें सब गरा दियाँ प्रभान करनियाँ कर्म का लेके चलाना करो कृपा आई संतों आपने दरगाह योग नाम बख्श के करता करो आपने रुपये में जो जिन्ना बड़िया दरा नाम चिता गुरु नानक नाम चढ़ी कला वाहिगुरु जी का खालसा वाहिगुरु जी की फतेह। मात पिता की सेवना किनिया बिरखा जन्म गवाया बिच दुनिया काहे आया बिच दुनिया काहे आया सतनाम श्री वाहिगुरु साहिब जी राग सूही महला शांत एक ओंकार सतगुर प्रसाद मिट बोलड़ा जी हर सज्जन स्वामी मोरा हाँ समर्थती जी ओ कदे न बोले कौरा मिठे बोलड़ा जी हर सज्जन स्वामी मोरा हो समर्थती जी ओ कदे न बोले कौरा कौरा बोल न जाने पूर्ण भगवान औगुण को ना चितारे पद तुए पावन हर बिरद सजाए एक तिल नहीं भन्ने काले घट घट वासी सर्व निवासी नेरा ही ते नेरा नानक दास सदा शरणागत हर अमृत सज्जन मेरा घट पड़वासी सर्व निवासी नेरा ही ते नेरा नानक दास सदा शरणागत हर अमृत सज्जन मेरा वाहिगुरु जी का खालसा वाहिगुरु
ਫਤਿਹ ਜੁਗੋ ਜੁਗ ਅਟਲ ਗੱਦੀ ਤੇ ਵਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮਾਈ ਭਾਈ ਨੂੰ ਬੇਨਤੀ ਹੈ ਹੁਣ ਸਤਿਕਾਰਯੋਗ ਭਾਈ ਹਰਦੇਵ ਸਿੰਘ ਜੀ ਪੱਪੂ ਜਿਤਨੀਆਂ ਵੀ ਸਿੱਖ ਸੰਗਤਾਂ ਨੇ ਉਹਨਾਂ ਦਾ ਧੰਨਵਾਦ ਕਰਨਗੇ, ਜਿੰਨੇ ਵੀ ਨੁਮਾਇੰਦੇ ਪਹੁੰਚੇ ਹਨ ਉਹਨਾਂ ਦਾ ਭਾਈ ਧੰਨਵਾਦ ਕਰਨਗੇ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਥੋੜੇ ਸਮੇਂ ਵਿੱਚ ਹੀ ਸਮਾਰੀ ਸਮਾਪਤੀ ਕਰ ਦੇਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। गुरु की फतेह बुलाने आपको वाहिगुरु जी का खालसा वाहिगुरु जी की फतेह। राणा गाँव ना हो रहा है रंग न तुंग फकीर पारी आपको अपनी कोई न बंदा तीर ते महाभारत अनुसार साडे सत्कारयोग माता नसत्तर कौर जी जो अकाल पुरख पिता परमेश्वर वालों मिले हुए इस पासा की कुंजी भोग करके इस फानी संसार तो कुछ दिन पहला रुखसत हो गए हैं। अज उन्होंने अंतम अरदास बरागमई कीर्तन और सारी संगत ने हाजिरी भरी है। सारी संगत का धन्यवाद करते हैं। सहब श्री गुरु ग्रंथ साहब महाराज जी का बहुत बहुत धन्यवाद करते हैं। साढ़े सत्कारयोग रागी भाई बलविंदर सिंह जी सोढ़ी जिन्होंने गुरु घर के कीर्तनिया ने बरागमई कीर्तन द्वारा बहुत समाज जी में गुरु का सुनाया। मनुखी जीवन बारे, मनुख की महत्ता बारे, जीवन की महत्ता बारे बेअंत गुरबाणी के शब्दानुसार मनुखी मन को सच के रास्ते चलने के लिए बहुत बड़ा उपदेश बख्शिश करवाया है। सो असी धन्यवादी हाँ भाई बलविंदर सिंह जी सोढ़ी साहब जिन्होंने करीब 2 घंटे कीर्तन विख्यान राही संगतां नूं गुरु के नाल जोड़िया है। सो साध संगत जी जितों तक सत्कारयोग माता जी नसत्तर कौर जी के संबंध में आप सारे हुए हाजिर हुए हैं उन्होंने अरदास के विच, क्योंकि माँ एक अजिहा स्थान है संसार के अंदर आप सारे जानते हैं। असी अपनी माँ का देन नहीं दे सकते। बड़े बड़े फिलोसफर ने माँ के संबंध के बेअंत किताबां भी लिखियां ने, पर इस संसार के विच माँ का बदल नहीं है। माँ साडे जगत की जननी है, क्योंकि गुरु साहब ने भी माँ की वडियाई की है। साध संगत जी अज के अजोके समय के विच वो परिवार भागां वाले हैं जिहड़े अपने माँ बाप की सेवा ते संभाल करते हैं और मनुखा जीवन सफल करते हैं। सो इस तरह साढ़े दोनों भरावां सरपंच भाई रघुवीर सिंह और वीर गुरविंदर सिंह जी कनेडा निवासी और साड़ियाँ भैणां जो माता जी दी सपुत्रियां हैं, बच्चे बच्चियां पोते पोतियां सारियां ने महान सेवा की है और माता जी के जीवन के विचों बहुत कुछ सीखा है। सो साध संगत जी ये बहुत माण वाली गल है परिवार के लिए, क्योंकि माता की सेहत इन्नी सुचजी ते इन्नी लियाकत वाली सी। साडे इन्हां भरावां दा समुचे इलाके दे विच हर जगह प्यार ते सत्कार जो सानू माण महसूस दिवाउंदा है, क्योंकि सलीका तरीका ये माँ बाप की सिक्ख्या होती है। इंसान ने जो जीवन का अपना आचार विहार बनाना और समाज के विच विचरना होता वो सारी सिक्ख्या माता पिता तो ही प्राप्त होती है। सो साडे वीर रघुवीर सिंह जी सरपंच जिन्होंने लम्मा समा इस नगर की बतौर सरपंची के तौर पर सेवा निभाई और इलाके के विचर के साडियां समाजिक समस्यावां के हल लई बेअंत इन्होंने जतन किए। सो बहुत शलाघायोग हैं। आप सारी संगत जितनी भी संगत पहुंची है माता जी की अंतम अरदास के विच सारियां दा थोड़ा समा नहीं लेना है। साध संगत जी बेअंत सत्कारयोग शख्सियतां इस भोग दे विच हाजिर होईयां ने। सारियां नूं समा तां नहीं दिता जा सकता, पर असीं नाम बोल के सारियां दी हाजिरी पाउण की कोशिश करांगे। सो साध संगत जी सब तो पहला मैं धन्नवाद करना चाहांगा चेयरमैन कुलविंदर सिंह जी झनेर मार्केट कमेटी संदौड़, सरदार गुरमुख सिंह जी सरपंच साहब बरवाड़ी, सरदार मनजीत सिंह जी सरपंच साहब कल्याण, सरदार मेजर सिंह जी प्रधान ट्रक यूनियन मलेरकोटला, सरदार कबीर सिंह जी सरपंच सोटी मोड़ी,
सत्कारयोग गांधी जी सरपंच असीम, सरदार चरणजीत सिंह जी ब्लाक समती मैंबर मोहरी कला, सरदार करमजीत सिंह जी भूदन जो चेयरमैन हैं साडे मार्केट कमेटी के, सरदार जीत सिंह जी बड़ी मानसा, सरदार सुखदेव सिंह जी ब्लाक समती मैंबर, सरदार कुलदीप सिंह जी भुल्लर डॉक्टर साहब, BMX रजोरटस अमरिंदर सिंह जी बगलू, सरदार निर्मल सिंह जी निम्मा ढेलों, सरदार भगत हरदयाल सिंह जी तन्ना, सूर सिंह जी सरपंच मोहरी कला, सरदार सुखविंदर सिंह जी चौहान साहब DSP पटियाला, सरदार सुखदेव सिंह जी गर्ग SP, सरदार हरपाल सिंह जी SP फतेहगढ़ साहब, हरदीप सिंह जी DSP, श्री सरदार पिंकी सिंह जी उगे प्रोड्यूसर, लक्की जी धालीवाल सुनाम, पुरी जी धालीवाल, जिला भलाई अफसर संगरूर, टीटू जी मादरी, रविंदर सिंह जी धालीवाल DSP साहब, कॉटन पेपर मिल्स, सेला ग्रुप की सीनियर मैनेजमेंट और सीरियास पेपर मिल्स, इंडियन अराइजेस संगरूर, KRB कसौड़ की सारी सीनियर मैनेजमेंट के पहुंचने से असं धन्यवाद करते हैं। सत्कारयोग साडे इस इलाके के कैबिनेट मंत्री मैडम रजिया सुल्ताना जी, उन्होंने वालों शोक समागम भेजा गया और उन्होंने सत्कारयोग किए सरदार दरबारा सिंह जी पहुंचे ने, धन्यवाद है जी। अवतार सिंह जी सरपंच जंडाली, सरदार विंदर सिंह जी चेयरमैन ठक्करवाल, साबका सरपंच वीर रोमी सिंह जी सुपार, ट्रांसपोर्टर सरदार बलबीर सिंह जी रुड़का, सरदार जगन सिंह जी सन्ना, सरपंच मान सिंह जी रुड़का, जगत सिंह जी नंबरदार मोहरी खुर्द, गुरजीत सिंह जी नंबरदार मोहरी कला, सरकारयोग सरदार सुखदेव सिंह जी बालिया, प्रधान डॉक्टर यूनियन अहमदगढ़, जथेदार त्रिलोचन सिंह जी धरेर कला, ये सारे पदवंते सज्जन जिन्हें भी साढ़े को पहुंचे ने, मैं सारिया का बहुत बहुत परिवार बनियों धन्यवाद करता। सो सार संगत जी हुण मैं बेनती करांगा साडे सत्कारयोग मैडम रजिया सुल्ताना जी कैबिनेट मंत्री पंजाब, उन्हों की तरफों मोहम्मद बसीर जी चौधरी साहब पहुंचे ने, वो अपनी हाजिरी लगाउणगे। मोहम्मद बसीर जी जुगो अकाल श्री गुरु ग्रंथ साहब के रीत माता नक्षत्र साहब अंतम अरदास में पहुंची समूह संगत जी, वाहिगुरू जी का खालसा वाहिगुरू जी की फतेह। आप काफी समय तो भाई साहब ने वचन सुन रहे हो, उन्होंने मां की महत्ता से तुहानू रोशनी पाई है। मां लफ्ज तुहानू बहुत ही छोटा लफ्ज है, पर दुनिया का सब तो महान लफ्ज है, ਇਹਦਾ कोई मतलब नहीं है। आप देखिया सारे के मेरिया मातावां के पैर बैठिया हैं, जे आप देखिए अपने बचपन का पिछोकड़ वाकया मारीए तो शायद एक रात का भी कोई बंदा अपनी माँ का अजर नहीं दे सकता, क्योंकि बहुत ही ठंडी रातों में जो कोई बच्चा पेशाब कर दिता है तो माता उस बच्चे को सुखी जगह पाती है तो आप उस गिली जगह पैंती है। उन्होंने कोई माड़ी मोटी तकलीफ होती है तो चाहे किसी डॉक्टर को या किसी होर जगह को जाना जितने भी पैदा है तो भज्जी फिरती रहती है सारी रात गोदी चक के, तो सारा परिवार भावें सुता पिया होता है तो घर में नहीं फिरती रहती है। इस महान गल अगर देखा जाए तो दुनिया में कितने भी कोई मिसाल नहीं मिलती, यदा कोई मतलब पैदा नहीं हो सकता। अज आप देखे भाई साहब ने एक वाकया हज़रत मूसा अलैहिस्सलाम का सुनाया सी, जेकर के मुसलमानों के पैगंबर सलाम हो जाए। मानवत का एक वाकया और दसना कि नबिया ने भी उस मालिक को माँ की कितनी महत्ता सी। मूसा अलैहिस्सलाम कोहे दूर पहाड़ पर अल्लाह नाल खुदा नाल गलबात करने वास्ते जाया करते सी। उन्होंने मैंने मौका दिता सी कि वो जो कोई उन्होंने परेशानी आती सी तो कोहे दूर के पहाड़ पर चढ़ के अल्लाह तआला नाल गल करते सन तो उन्होंने सिद्ध लेंदे सन। एक समा आया कि उन्होंने माता जी का इंतकाल हो गया। उस तो बाद जो पहाड़ पर गए तो अचानक उन्होंने पैर फिसल गया तो गिरन लगे तो अल्लाह तआला वालों उस दरगाह
उत्साह ਹੁਣ जरा संभल के आए क्योंकि तेरे पीछे तेरी माता नहीं रही ਜਿਹੜੇ ਜਦ ਵੀ ਤੂੰ ਮੇਰੇ ਵੱਲ ਆਉਂਦਾ ਸੀ ਤਾਂ ਉਹ ਦੁਆ ਕਰਦੀ ਰਹੀ ਸੀ ਕਿ ਅੱਲਾ ਮੇਰੇ ਪੁੱਤ ਦਾ ਖਿਆਲ ਰੱਖੀ ਇਹਨੂੰ ਬਾਰ-ਬਾਰ ਵਾਪਸ ਭੇਜੀ ਇਹਨਾਂ ਨੂੰ ਕਦੇ ਕੋਈ ਤੱਤੀ ਬਾਤ ਨਾ ਕਰਨੀ ਇਸ ਕਰਕੇ ਇੱਕ ਨਵੇਂ ਵੀ ਮਾਂ ਦੀ ਬਹੁਤ ਬੜੀ ਮਹੱਤਤਾ ਹੈ तो ਆਪਾਂ ਸਾਰਿਆਂ ਨੂੰ ਇਸ ਗੱਲ ਦਾ ਇਹ ਚਾਹੀਦਾ ਕਿ ਜਿਸ ਵੀ ਮਾਂ-ਬਾਪ ਬੁੱਢੇ ਬਜ਼ੁਰਗ ਮੌਜੂਦ ਹੋਣ ਇੱਕ ਸਾਡੇ ਨਬੀ ਨੇ ਕਿਹਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੇ ਜਿਹੜੇ ਕਿ ਸਾਡੇ ਲਾਸਟ ਪੈਗੰਬਰ ਹੋਏ ਹਨ ਕਿ ਉਹ ਇਨਸਾਨ ਹਲਾਕ ਹੋ ਜਿਹਦੇ ਕਾਰਨ ਬਜ਼ੁਰਗ ਮਾਂ-ਬਾਪ ਹੋਣ ਉਹ ਉਹਨਾਂ ਦੀ ਖਿਦਮਤ ਕਰਕੇ ਆਪਣੀ ਬਖਸ਼ਿਸ਼ ਨਾ ਕਰਾ ਸਕੇ ਇਸ ਤੋਂ ਬੜੀ ਗੱਲ ਕੋਈ ਨਹੀਂ ਹੋ ਸਕਦੀ ਤੁਸੀਂ ਕਾਫੀ ਲੰਬੇ ਸਮੇਂ ਤੋਂ ਬੈਠੇ ਹੋ ਇਹ ਦੁਨੀਆ ਦਾ ਅਸੂਲ ਹੈ ਕਿ ਜੋ ਵੀ ਦੁਨੀਆ ਵਿੱਚ ਆਇਆ ਉਹਨੇ ਇੱਕ ਦਿਨ ਆकर ਜਾਣਾ ਹੈ ਸਾਰੇ ਧਰਮਾਂ 'ਚ ਲਿਖਿਆ ਹੋਇਆ ਹੈ ਇਹਦੇ ਵਿੱਚ ਕੋਈ ਬਾਤ ਨਹੀਂ ਹੈ ਆਪਣੇ ਸਾਸਾਂ ਦੇ ਕੋਲ ਆਪਣੇ ਸਾਥ ਪੂਰੇ ਕਰਕੇ ਮਾਤਾ ਜੀ ਆਪਾਂ ਨੂੰ ਵਿਛੋੜਾ ਦੇ ਰਹੇ ਹਨ ਚੰਗਾ ਉਸ ਮਹਾਰਾਜ ਅੱਗੇ ਗੁਰੂ ਮਹਾਰਾਜ ਅੱਗੇ ਰੱਬ ਅੱਗੇ ਅੱਲਾਹ ਤਾਲਾ ਅੱਗੇ ਦੁਆ ਕਰਨਾ ਕਿ ਉਹਨਾਂ ਨੂੰ ਆਪਣਾ ਜਗ੍ਹਾ ਜਗ੍ਹਾ ਦੇਵੇ ਤੇ ਆਪਣੇ ਕੋਲੋਂ ਮੈਡਮ ਰਜੀਆ ਸੁਲਤਾਨਾ ਜੀ ਕੋਲੋਂ ਜਿਹੜੇ ਕਿ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ ਉਹ ਇੱਥੇ ਨਹੀਂ ਪਹੁੰਚ ਸਕੇ ਤੇ ਉਹਨਾਂ ਦੇ ਦੂਜੇ ਦਰਬਾਰਾ ਸਿੰਘ ਜੀ ਜਿਹੜੇ ਕਿ ਇੱਥੇ ਮੌਜੂਦ ਹਨ ਉਹਨਾਂ ਵੱਲੋਂ ਸ਼ਰਧਾ ਦੇ ਸਤਿਕਾਰ ਨੂੰ ਗੁਰਪ੍ਰੇਟ ਕਰਦੇ ਹੋਏ ਬੇਨਤੀ ਕਰਦਾ ਕਿ ਗੁਰੂ ਮਹਾਰਾਜ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ ਅਤੇ ਪਰਿਵਾਰ ਨੂੰ ਅਤੇ ਹੋਰ ਸਾਰੇ ਸੰਬੰਧੀਆਂ ਨੂੰ ਇਸ ਪਾਣੇ ਨੂੰ ਮੰਨਣ ਦਾ ਬਹੁਤ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਚੌਧਰੀ ਮੁਹੰਮਦ ਬਸ਼ੀਰ ਜੀ ਜਿਨ੍ਹਾਂ ਨੇ ਸਰਦਾ ਦੇ ਫੁੱਲ ਵੀ ਦਿੱਤੇ ਹਨ ਸੋ ਸਾਧ ਸੰਗਤ ਜੀ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਡੀਐਸਪੀ ਸਾਹਿਬ ਸੁਖਵਿੰਦਰ ਸਿੰਘ ਜੀ ਚੌਹਾਨ ਉਹ ਇੱਕ ਮਿੰਟ ਲਈ ਹਾਜ਼ਰੀ ਪਾਉਣਗੇ ਤੇ ਉਹਨਾਂ ਨੂੰ ਬੇਨਤੀ ਹੈ ਔਰ ਮੈਂ ਮਾਫੀ ਚਾਹੁੰਦਾ ਐਸਪੀ ਸਰਦਾਰ ਬਲਬੀਰ ਸਿੰਘ ਜੀ ਸਿੱਧੂ ਸਾਹਿਬ ਉਹ ਪਹੁੰਚੇ ਨੇ ਉਹਨਾਂ ਦਾ ਨਾਮ ਬੋਲਣ ਤੋਂ ਰਹਿ ਗਿਆ ਸੀ ਸੋ ਇਸ ਤੋਂ ਇਹਨਾਂ ਤੋਂ ਉਪਰੰਤ ਸਾਡੇ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਡਾਇਰੈਕਟਰ ਐਸਪੀ ਸਾਹਿਬ ਉਹ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕਰਨਗੇ ਸਰਦਾਰ ਸੁਖਵਿੰਦਰ ਸਿੰਘ ਜੀ ਚੌਹਾਨ ਸਾਹਿਬ ਤੋਂ ਬਾਅਦ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਮੈਚ ਦੇ ਨੇੜੇ ਰਹਿਣ ਸੋ ਆਓ ਦਸਾਂ ਗੁਰੂਆਂ ਦੀ ਚੜ੍ਹਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਿਰਤ ਵਿੱਚ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਾਫੀ ਲੰਬੇ ਸਮੇਂ ਤੋਂ ਬੈਠੇ ਹੋ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਦਾ ਮਾਤਾ ਨਛੱਤਰ ਕੌਰ ਜੀ ਬਾਰੇ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਹੀ ਮੈਂ ਪੂਰਾ ਕਰਾਂਗਾ ਮਾਤਾ ਜੀ ਦੇ ਜਦੋਂ ਵੀ ਮੈਂ ਮਾਤਾ ਜੀ ਦੇ ਦਰਸ਼ਨ ਕੀਤੇ ਉਹਨਾਂ ਨੂੰ ਹਮੇਸ਼ਾ ਮੈਂ ਚੜ੍ਹਦੀ ਕਲਾ ਵਿੱਚ ਦੇਖਿਆ ਮੈਂ ਮੇਰੇ ਦੋਸਤ ਰਘਬੀਰ ਸਿੰਘ ਨੂੰ ਜਦੋਂ ਮਾਤਾ ਜੀ ਢਿੱਲੇ ਸੀ ਪੁੱਛਣਾ ਕਿ ਮਾਤਾ ਜੀ ਦਾ ਕੀ ਹਾਲ ਹੈ ਤਾਂ ਰਘਬੀਰ ਸਿੰਘ ਨੇ ਮੈਨੂੰ ਦੱਸਣਾ ਕਿ ਮਾਤਾ ਜੀ ਨੇ ਕਹਿਣਾ ਉਹ ਤਾਂ ਮੈਂ ਤਾਂ ਬਿਲਕੁਲ ਠੀਕ ਹਾਂ ਜਮਾਂ ਚੜ੍ਹਦੀ ਕਲਾ 'ਚ ਔਰ ਰਘਬੀਰ ਸਿੰਘ ਜੀ ਦਾ ਵੀ ਇਹੀ ਸੀਗਾ ਉਹ ਕਹਿੰਦੇ ਵੀ ਮੈਂ ਸਵੇਰੇ ਉੱਠ ਕੇ ਜਦੋਂ ਮੈਂ ਇੱਕ ਵਾਰ ਮਾਤਾ ਜੀ ਦੇ ਦਰਸ਼ਨ ਕਰ ਲੈਣਾ ਤਾਂ ਉਸ ਤੋਂ ਬਾਅਦ ਫਿਰ ਮੈਨੂੰ ਕਿਤੇ ਵੀ ਹੋਰ ਜਾਣ ਦੀ ਜਿਵੇਂ ਕਿ ਆਪਾਂ ਕਹਿੰਦੇ ਗੁਰਦੁਆਰੇ ਜਾਂ ਕੁਛ ਵੀ ਹੋਰ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਮੈਂ ਪੂਰੀ ਚੜ੍ਹਦੀ ਕਲਾ 'ਚ ਹੁੰਦਾ ਔਰ ਜਿੱਥੇ ਵੀ ਜਾਣਾ ਨੌ ਦਾ ਵਾਸਤਾ ਮਾਤਾ ਜੀ ਨੇ ਕਾਫੀ ਲੰਬੀ ਉਮਰ ਭੋਗੀ ਮਾਤਾ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ ਉਹਨਾਂ ਦੇ ਦਰਸ਼ਨ ਕਰਕੇ ਹਮੇਸ਼ਾ ਇਹ ਮਹਿਸੂਸ ਹੁੰਦਾ ਸੀ ਕਿ ਦੁਨੀਆ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੀ ਸਹੀ ਮਾਇਨੇ ਦੇ ਵਿੱਚ ਦੁਨੀਆ ਨੂੰ ਜਿਉਣਾ ਹੈ ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਧ ਸੁਖਦੇਵ ਸਿੰਘ ਵਿਰਕ ਨੂੰ ਬੇਨਤੀ ਕਰਾਂਗਾ ਕਿ ਉਹ ਆਈ ਹੋਈ ਸੰਗਤ ਦਾ ਧੰਨਵਾਦ ਕਰਨ ਇਹਨਾਂ ਸ਼ਬਦਾਂ ਦੇ ਨਾਲ ਹੀ ਇਹ ਮਾਲਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਧ ਸੰਗਤ ਜੀ ਮਾਤਾ ਜੀ ਦੇ ਅਕਾਲ ਚਲਾਣੇ ਉੱਪਰ ਸੰਸਥਾਵਾਂ ਵੱਲੋਂ ਸੋਗ ਮਤੇ ਦੇ ਰੂਪ ਵਿੱਚ ਸੋਗ ਮਤੇ ਆਏ ਹਨ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਹਾਲੀ ਕਲਾ ਔਰ ਸਤਿਕਾਰਯੋਗ ਸਰਦਾਰ ਸੁਰਿੰਦਰ ਸਿੰਘ ਜੀ ਭੁੱਲੇਵਾਲ ਰਾਠਾਂ ਐਕਸ-MLA ਗੜ੍ਹਸ਼ੰਕਰ ਸ਼੍ਰੋਮਣੀ ਅਕਾਲੀ ਦਲ ਉਹਨਾਂ ਵੱਲੋਂ ਵੀ ਸਰੀਰਕ ਤੌਰ 'ਤੇ ਨਹੀਂ ਪਹੁੰਚ ਸਕੇ ਪਰ ਉਹ ਪਰਿਵਾਰ ਨਾਲ ਹਮਦਰਦੀ ਰੱਖਦੇ ਹੋਏ ਸੋਗ ਮਤਾ ਜ਼ਰੂਰ ਭੇਜਿਆ ਹੈ ਸੋ ਪ੍ਰਵਾਨ ਹੈ ਜੀ ਆਓ ਜੀ ਸਰ ਹੁਣ ਮੈਂ ਬੇਨਤੀ ਕਰਾਂਗਾ ਸੁਖਦੇਵ ਸਿੰਘ ਜੀ ਐਸਪੀ ਸਾਹਿਬ ਨੂੰ ਉਹ ਸੰਗਤਾਂ ਦੇ ਨਾਲ ਚਾਹ ਸਾਂਝੇ ਕਰਨ ਜੋਗੋ ਜੋਗੋ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਮਾਤਾ ਨਛੱਤਰ ਕੌਰ ਜੀ ਦੀ ਅੰਤਮ ਅਰਦਾਸ ਸ਼ਾਮਿਲ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਨਛੱਤਰ ਕੌਰ ਨੇ ਜਿਵੇਂ ਆਪਣੇ ਪਰਿਵਾਰ ਨੂੰ ਦੋਹਾਂ ਪੁੱਤਰਾਂ ਨੂੰ ਬੇਟੀਆਂ ਨੂੰ ਤੇ ਹੁਣ
ਬਾਪੂ ਜੀ ਜੋੜਾ ਸਿੰਘ ਜੀ ਦੇ ਜਾਣ ਤੋਂ ਬਾਅਦ ਵੀ ਸਰਪੰਚ ਸਾਹਿਬ ਦੇ ਜਾਣ ਤੋਂ ਬਾਅਦ ਜਿਵੇਂ ਸੰਭਾਲਿਆ, ਜਿਵੇਂ ਸਰਪੰਚ ਸਾਹਿਬ ਨੇ ਜਿੰਨੀ ਇੱਜ਼ਤ ਬਣਾਈ ਸੀ, ਉਹਨਾਂ ਨੇ ਆਪਣੇ ਬੱਚਿਆਂ ਨੂੰ ਸੰਸਕਾਰ ਹੋਰ ਦਿੱਤੇ ਕਿ ਅੱਜ ਇਸ ਪਰਿਵਾਰ ਦੀ ਜਿਹੜੀ ਸ਼ਾਨ ਹੈ ਉਹ ਬੜੀ ਦੂਰ ਤੱਕ ਫੈਲੀ ਹੋਈ ਹੈ। ਰਘਬੀਰ ਸਾਡਾ ਦੋਸਤ ਹੈ। ਅਸੀਂ ਇਸ ਅਫਸੋਸ ਦੇ ਵਿੱਚ ਹੀ ਅੰਤਮ ਅਰਦਾਸ ਸੀ, ਮੇਰਾ ਖਿਆਲ ਹੈ 7-8 ਅਸੀਂ ਅਫਸਰ ਆਏ ਹੋਏ ਹਾਂ, ਅਤੇ ਜਦੋਂ ਅਸੀਂ ਆਪਣੇ ਸੀਨੀਅਰ ਅਫਸਰ ਨੂੰ ਪੁੱਛਿਆ ਕਿ ਅਸੀਂ ਜਾਣਾ ਹੈ, ਭੋਗ 'ਤੇ ਜਾਣਾ ਹੈ, ਉਹ ਹਰੇਕ ਦੱਸੇ ਕਿ ਰਘਬੀਰ ਸਿੰਘ ਦੀ ਮਾਤਾ ਦੀ ਮੌਤ ਹੋ ਗਈ, ਉਹਨੇ ਭੋਗ 'ਤੇ ਜਾਣਾ, ਤਾਂ ਉਹ ਪੁੱਛ ਰਹੇ ਸੀ ਕੌਣ ਹੈ ਰਘਬੀਰ ਸਿੰਘ ਜੀ ਦੇ ਸਾਰੇ ਅਫਸਰ ਜਾ ਰਹੇ। ਇਹਨੇ ਇੰਨਾ ਪਿਆਰ ਸਤਿਕਾਰ ਬਣਾਇਆ ਹੋਇਆ। ਕਹਿੰਦੇ ਜਿਵੇਂ ਆਪਾਂ ਜਦੋਂ ਨੌਕਰੀ ਲੈਣ ਜਾਂਦੇ ਹਾਂ ਤਾਂ ਆਪਣੀ ਪੜ੍ਹਾਈ ਬਾਰੇ ਆਪਣੀਆਂ ਕਿਤਾਬਾਂ ਕਾਪੀਆਂ ਨਹੀਂ ਮੰਗਵਾਉਂਦੇ, ਆਪਣੀ ਮਾਰਕਸ਼ੀਟ ਮੰਗਵਾਉਂਦੇ ਵੀ ਨੰਬਰ ਕਿੰਨੇ ਲਏ ਹੈ। ਉਸੇ ਤਰ੍ਹਾਂ ਕਿਸੇ ਪਰਿਵਾਰ ਨੇ ਜੋ ਇੱਜ਼ਤ ਕਮਾਈ ਹੈ ਉਹ ਦੁੱਖ ਤੇ ਸੁੱਖ 'ਚ ਪਤਾ ਲੱਗ ਜਾਂਦੀ ਹੈ। ਜਿਸ ਤਰ੍ਹਾਂ ਤੁਸੀਂ ਸਾਰੀਆਂ ਮੁਆਜ਼ਜ਼ ਸ਼ਖਸੀਅਤਾਂ ਅੱਜ ਆਏ ਹੋ, ਉਹਦੇ ਤੋਂ ਪਤਾ ਲੱਗਦਾ ਹੈ ਕਿ ਰਘਬੀਰ ਸਿੰਘ ਜੀ ਹੋਣਾ ਨੇ ਜਾਂ ਬਲਵਿੰਦਰ ਸਿੰਘ ਜੀ ਹੋਣਾ ਨੇ ਕਿੰਨਾ ਮਾਣ ਤੇ ਪਿਆਰ ਬਣਾਇਆ। ਕਹਿੰਦੇ ਮਾਂ ਜਿਉਂਦੇ ਜੀ ਵੀ ਮਰ ਜਾਂਦੀ ਹੈ ਤੇ ਮਾਂ ਮਰ ਕੇ ਵੀ ਨਹੀਂ ਮਰਦੀ। ਜਿਉਂਦੇ ਜੀ ਮਾਂ ਉਦੋਂ ਮਰ ਜਾਂਦੀ ਹੈ ਜਦੋਂ ਉਹਦੀ ਘਰ 'ਚ ਕਦਰ ਨਾ ਹੋਵੇ ਜਾਂ ਬੱਚੇ ਮਾਪਿਆਂ ਨੂੰ ਗਲਤ ਆਸਨ ਛੱਡਦੇ ਹੋਣ, ਤੇ ਮਰ ਕੇ ਵੀ ਨਹੀਂ ਮਰਦੇ। ਜਿਸ ਤਰ੍ਹਾਂ ਮਾਤਾ ਦੇ ਜਾਣ ਤੋਂ ਬਾਅਦ ਵੀ ਅੱਜ ਆਪਾਂ ਜ਼ਿਕਰ ਕਰ ਰਹੇ ਹਾਂ, ਇਹ ਸਾਲਾਂ ਪ੍ਰਤੀ ਜਿਵੇਂ ਪਰਿਵਾਰ ਅੱਗੇ ਵਧੇਗਾ, ਕੈਨੇਡਾ ਤੱਕ ਫੈਲ ਗਿਆ, ਉਸੇ ਤਰ੍ਹਾਂ ਇਹਦੀ ਮਾਤਾ ਦੀ ਸ਼ਾਨ, ਮਾਤਾ ਕਿਸੇ ਨਾ ਕਿਸੇ ਰੂਪ 'ਚ ਜਿਉਂਦੀ ਰਹੇ। ਇੱਕ ਸ਼ਾਇਰ ਨੇ ਗੱਲ ਕੀਤੀ ਹੈ, ਕਹਿੰਦਾ ਜਦ ਤੋਂ ਮੇਰੀ ਮਾਂ ਤੁਰ ਗਈ ਹੈ, ਸਿਰ ਤੋਂ ਠੰਡੀ ਛਾਂ ਤੁਰ ਗਈ ਹੈ, ਰਾਤੀ ਮੈਨੂੰ ਨੀਂਦ ਨਾ ਆਵੇ, ਸਿਰ ਦੇ ਹੇਠੋਂ ਬਾਂਹ ਤੁਰ ਗਈ। ਇਹ ਵਾਕਈ ਮਾਂ ਦਾ ਰਿਸ਼ਤਾ ਹੈ। ਜਿਸ ਤਰ੍ਹਾਂ ਬਾਈ ਸੁਖਵਿੰਦਰ ਉਹਨਾਂ ਨੇ ਦੱਸਿਆ ਹੈ, ਅਸੀਂ ਰਘਬੀਰ ਨੂੰ ਜਦੋਂ ਵੀ ਕਿਤੇ, ਇਹ ਸੱਚੀ ਗੱਲ ਹੈ ਕਿ ਰਘਬੀਰ ਦੀ ਉਹ ਵੱਡੇ ਰੱਬ ਨੇ ਬਹੁਤ ਕਾਮਯਾਬੀ ਬਖਸ਼ੀ, ਬਹੁਤ ਜ਼ਿਆਦਾ। ਕਿ ਉਦੋਂ ਤੇਰੀ ਕਾਮਯਾਬੀ ਦਾ ਰਾਜ ਕੀ ਹੈ? ਉਹ ਕਹਿੰਦਾ ਜਦੋਂ ਮੈਂ ਘਰੋਂ ਆਉਣਾ ਤਾਂ ਮੈਂ ਮਾਤਾ ਦੇ ਜਿਹੜੇ ਪਿਆਰ ਦੇ ਜੇ ਸੁੱਤੇ ਵੀ ਪਏ ਹੋਣ ਤਾਂ ਉਹਨਾਂ ਦੇ ਚਰਨ ਮੱਥੇ ਨਾ ਲਾ ਕੇ, ਅਤੇ ਧੰਨ ਹੈ ਉਹ ਭੈਣਾਂ ਜਿਹੜੀਆਂ ਕਿਤੇ ਰਘਬੀਰ ਦੇ ਘਰੋਂ ਰੁਪਿੰਦਰ ਹੈ ਜਾਂ ਬੀਬੀ ਅਮਰਜੀਤ ਕੌਰ ਹੈ, ਜਿਨ੍ਹਾਂ ਨੇ ਮਾਤਾ ਦਾ ਇੱਕ ਫੂਲ ਹੇਠਾਂ ਨਹੀਂ ਟਿਕਣ ਦਿੱਤਾ। ਪਰਿਵਾਰ ਦੇ ਰੂਪ 'ਚ ਇੰਨਾ ਉਹਨਾਂ ਨੂੰ ਸਾਂਭਿਆ ਕਿ ਹਰ ਤਕਲੀਫ 97 ਸਾਲ ਦੀ ਉਮਰ ਤੱਕ ਇੰਨਾ ਮਾਣ ਸਤਿਕਾਰ ਦਿੱਤਾ। ਮੈਂ ਕਹਿੰਦਾ ਵੀ ਜੇ ਨੌਵਾਂ ਹੋਣ ਤਾਂ ਇਹੋ ਜਿਹੀਆਂ ਧੀਆਂ ਵਰਗੀਆਂ ਹੋਣ, ਇਹਨੂੰ ਤਾਂ ਪਤਾ ਨਾ ਲੱਗੇ। ਆਪਾਂ ਸ਼ਰਧਾਂਜਲੀ ਕਿਸੇ ਦਿੰਦੇ ਹੈ, ਇਹਦਾ ਅਰਥ ਹੀ ਇਹ ਹੁੰਦਾ ਹੈ ਕਿ ਜੇ ਕਿਸੇ ਘਰ ਵਿੱਚ ਜਿਹਨੇ ਚੰਗਾ ਕੀਤਾ ਹੈ ਜਾਂ ਸੰਸਕਾਰ ਚੰਗੇ ਅੱਗੇ ਆਏ ਹੈ ਤਾਂ ਉਹਨਾਂ ਦਾ ਜ਼ਿਕਰ ਕੀਤਾ ਜਾਵੇ, ਤਾਂ ਕਿ ਸਮਾਜ ਦੇ ਵਿੱਚ ਜਿਹੜੀ ਚੰਗੀ ਪਹਿਲਤ ਹੈ ਉਸ ਨੂੰ ਅੱਗੇ ਤੋਰਿਆ ਜਾ ਸਕੇ। ਬਹੁਤ ਗੱਲਾਂ ਹੈ ਇਸ ਪਰਿਵਾਰ ਬਾਰੇ ਕਰਨ ਨੂੰ। ਇਹਨਾਂ ਨੇ ਪਰਿਵਾਰ ਨੇ ਇਸ ਤਰ੍ਹਾਂ ਇੱਜ਼ਤ ਕਮਾਈ ਹੈ ਕਿ ਸਾਡੇ ਪਰਿਵਾਰਾਂ ਦੇ ਵਿੱਚ ਰਘਬੀਰ ਅਸੀਂ ਘਰ ਹੋਈਏ ਨਾ ਹੋਈਏ, ਇਹਦੀ ਜ਼ੁਬਾਨ, ਇਹਦਾ ਚਾਲ ਚੱਲਣ, ਇਹਦਾ ਕਾਰ ਵਿਹਾਰ, ਜਿਹੜੇ ਪਰਿਵਾਰ ਨਾਲ, ਜਿਹੜੇ ਦੋਸਤ ਨਾਲ ਇਹਦਾ ਰਿਸ਼ਤਾ ਬਣ ਗਿਆ, ਉਹ ਤੋਂ ਬਾਅਦ ਉਹ ਵੱਧਦਾ ਗਿਆ। ਸਾਡੇ ਜਿਹੜੇ ਭਾਈ ਬਲਜੀਤ ਬੈਠਾ ਹੈ, ਹਰਪਾਲ ਜੀ ਬੈਠੇ ਹੈ, ਸਭ ਤੋਂ ਪਹਿਲਾਂ ਸੁਖਵਿੰਦਰ ਚੌਹਾਨ ਹੋਣਾ ਨਾਲ ਕੁਛ ਰਿਸ਼ਤੇਦਾਰੀ ਕਰਦੀ ਸੀ, ਕੁਛ ਦੋਸਤੀ ਸੀ। ਉਸ ਤੋਂ ਬਾਅਦ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਗਏ ਤਾਂ ਹੁਣ ਸਾਡੇ ਸਾਰੇ ਸਰਕਲ ਦੇ ਵਿੱਚ ਰਘਬੀਰ ਦੇ ਭਰਾ ਦੇ ਤੌਰ 'ਤੇ ਜਾਣਾ ਜਾਂਦਾ। ਇਹਨਾਂ ਦੇ ਬੱਚੇ ਜਾਂ ਪਰਿਵਾਰ ਜਾਂ ਭੈਣ ਹੋਣ ਦਾ ਰੁਪਿੰਦਰ ਹੋਣਾ ਦਾ, ਉਹਨਾਂ ਦੀ ਉਸੇ ਤਰ੍ਹਾਂ ਹੀ ਇਸ ਪਰਿਵਾਰ ਦੀ ਇੱਜ਼ਤ ਹੈ। ਤੁਸੀਂ ਬਹੁਤ ਲੇਟ ਹੋ ਗਏ, ਜ਼ਿਆਦਾ ਬਹੁਤ ਗੱਲਾਂ ਕਰਨ ਵਾਲੀਆਂ, ਪਰ ਸਮਾਂ ਥੋੜ੍ਹਾ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇੱਕ ਕਦਮ ਚੱਲ ਕੇ ਆਏ ਹੋ, ਟੀਵੀ 'ਤੇ ਬੈਠ ਕੇ ਸਹਿਜ ਨਾਲ ਸਬਰ ਨਾਲ ਸੁਣਿਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਇਹ ਸਨ ਸਤਿਕਾਰਯੋਗ ਸੁਖਦੇਵ ਸਿੰਘ ਜੀ ਐਸਪੀ ਸਾਹਿਬ, ਜਿਨ੍ਹਾਂ ਨੇ ਪਰਿਵਾਰ ਦੇ ਨਾਲ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਹੋਏ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਸਾਧ ਸੰਗਤ ਜੀ, ਜ਼ਿਆਦਾ ਸਮਾਂ ਸਾਰਿਆਂ ਦਾ ਨਹੀਂ ਲਿਆ ਜਾਣਾ, ਬਸ ਸਮਾਪਤੀ ਹੈ। ਮੈਂ ਕੁਝ ਜੋ ਪਰਿਵਾਰ ਵੱਲੋਂ ਇਸ ਨਗਰ ਦੀਆਂ ਧਾਰਮਿਕ ਵਿਦਿਅਕ ਸੰਸਥਾਵਾਂ ਨੇ ਉਹਨਾਂ ਨੂੰ ਸੇਵਾ ਦੇ ਰੂਪ ਵਿੱਚ ਦਾਨ ਦਿੱਤਾ ਗਿਆ ਹੈ, ਉਹਨਾਂ ਦੇ ਨਾਮ ਬੋਲ ਦੇਣਾ, ਔਰ ਪ੍ਰਬੰਧਕ ਉਹਨਾਂ ਸੰਸਥਾਵਾਂ ਦੇ ਸ਼ਾਇਦ ਇੱਥੇ ਬੈਠੇ ਹੋਣਗੇ, ਉਹ ਪ੍ਰਾਪਤ ਕਰ ਲੈਣ ਜੀ। ਪਰਿਵਾਰ ਪਾਸੋਂ ਸੰਤ ਬਾਬਾ ਮਲਕੀਤ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਲਈ ਸੇਵਾ ਪਰਿਵਾਰ ਨੇ ਦੇਣੀ ਹੈ। ਚੜ੍ਹਦੀ ਕਲਾ ਵਾਲਾ ਗੁਰਦੁਆਰਾ ਸਾਹਿਬ ਨੂੰ ਸੇਵਾ ਹੈ। ਬਾਬੇ ਸ਼ਹੀਦਾਂ ਦੇ
ਗੁਰਦੁਆਰਾ ਸਾਹਿਬ ਲਈ ਸੇਵਾ ਹੈ, ਗੁਰਦੁਆਰਾ ਕਿਰਪਾਲਸਰ ਸਾਹਿਬ ਨੂੰ ਸੇਵਾ ਹੈ, ਗੁਰਦੁਆਰਾ ਰਵਿਦਾਸ ਭਗਤ ਜੀ ਮਹਾਰਾਜ ਦੇ ਸਥਾਨ ਲਈ ਸੇਵਾ ਹੈ, ਸ਼ਿਵ ਮੰਦਰ ਨੂੰ ਸੇਵਾ ਹੈ, ਮਸਜਿਦ ਵਾਸਤੇ ਸੇਵਾ ਪਰਿਵਾਰ ਵੱਲੋਂ ਔਰ ਮੰਦਰ ਵਾਲਮੀਕ ਵਾਸਤੇ ਸੇਵਾ ਪਰਿਵਾਰ ਵੱਲੋਂ। ਇਹ ਸਾਰੀਆਂ ਸੰਸਥਾਵਾਂ ਨੂੰ ਹੁਣ ਨਾਇਕ ਤੌਰ ਤੇ ਹੁਣੇ ਸੇਵਾ ਦਿੱਤੀ ਜਾਵੇਗੀ। ਪ੍ਰਬੰਧਕ ਸੱਜਣ ਜਿੰਨੇ ਵੀ ਇਹਨਾਂ ਸੰਸਥਾਵਾਂ ਦੇ ਪਹੁੰਚੇ ਨੇ ਉਹ ਸੇਵਾ ਪ੍ਰਾਪਤ ਕਰ ਲੈਣ ਜੀ। ਔਰ ਪਰਿਵਾਰ ਵੱਲੋਂ ਚੜ੍ਹਦੀ ਕਲਾ ਵਾਲੇ ਜਿਹੜੇ ਦਰਵਾਜ਼ਾ ਸਾਹਿਬ ਹੈ ਉਸ ਦਰਵਾਜ਼ੇ ਲਈ ਪਰਿਵਾਰ ਆਪ ਸੇਵਾ ਕਰਾਏਗਾ। 51,000 ਸੇਵਾ ਉਸ ਦਰਵਾਜ਼ਾ ਸਾਹਿਬ ਤੇ ਖਰਚੀ ਜਾਵੇਗੀ ਔਰ ਦੂਸਰੀ ਸੇਵਾ ਸਾਂਝ ਤੇ ਭਗਤੂ ਬੱਤੀ ਦੇ ਦਰਵਾਜ਼ੇ ਲਈ 51,000 ਦੀ ਸੇਵਾ। ਇਹ ਦੋਨਾਂ ਦਰਵਾਜ਼ਿਆਂ ਦੀ ਸੇਵਾ ਪਰਿਵਾਰ ਆਪਣੇ ਤੌਰ ਤੇ 51,000 ਖਰਚ ਕੇ ਸੇਵਾ ਨਿਭਾਉਣਗੇ। ਸੋ ਪਰਿਵਾਰ ਦਾ ਮੈਂ ਧੰਨਵਾਦ ਕਰਦਾ ਹਾਂ, ਕਿਉਂਕਿ ਸਾਧ ਸੰਗਤ ਜੀ ਇੱਕ ਸਾਂਝੀ ਬੇਨਤੀ ਜਿੱਥੇ ਤੱਕ ਵੀ ਆਪਾਂ ਬੈਠੇ ਹਾਂ ਥੋੜੀ ਜਿਹੀ ਗੌਰ ਨਾਲ ਜ਼ਰੂਰ ਸੁਣਿਓ। ਦਾਸ ਵੀ ਮਹਿਸੂਸ ਕਰਦਾ ਸਾਰੇ ਆਪਾਂ ਇੱਥੇ ਮੁਸਾਫਰ ਦੇ ਰੂਪ ਚ ਆਏ ਆ, ਕਿਉਂਕਿ ਇਸ ਸਮੇਂ ਦਾ ਕੋਈ ਪਤਾ ਨਹੀਂ ਕਿਸ ਇਨਸਾਨ ਨੇ ਕਿਸ ਸਮੇਂ ਇਸ ਪਾਣੀ ਸੰਸਾਰ ਨੂੰ ਅਲਵਿਦਾ ਜਾਣਾ ਹੈ। ਸੋ ਇੱਕ ਬੇਨਤੀ ਇਹ ਹੈ ਕਿ ਜਦ ਵੀ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ ਜਾਂ ਗਮੀ ਦਾ, ਇੱਕ ਤਾਂ ਆਪਾਂ ਜਾਣ ਵਾਲੇ ਦੀ ਯਾਦ ਦੇ ਵਿੱਚ ਇੱਕ ਦਰਖਤ ਜ਼ਰੂਰ ਲਗਾਇਆ ਕਰੀਏ, ਕਿਉਂਕਿ ਸਾਡਾ ਜਿਹੜਾ ਵਾਤਾਵਰਨ ਐਨਵਾਇਰਨਮੈਂਟਲ ਇੰਨਾ ਪੋਲਿਊਟਡ ਹੋ ਗਿਆ ਜਿਹਦੇ ਕਾਰਨ ਸਾਨੂੰ ਸ਼ੁੱਧ ਆਕਸੀਜਨ ਨਹੀਂ ਪ੍ਰਾਪਤ ਹੁੰਦੀ। ਸੋ ਹਰ ਇੱਕ ਬੱਚੇ ਦੇ ਜਨਮ ਦਿਨ ਮਨਾਉਣ ਵੇਲੇ ਇੱਕ ਪਲਾਂਟ ਲਾਇਆ ਕਰੋ। ਜੋ ਪ੍ਰਾਣੀ ਇਸ ਸੰਸਾਰ ਤੋਂ ਜਾਂਦਾ ਉਹਦੀ ਯਾਦ ਦੇ ਵਿੱਚ ਘੱਟ ਤੋਂ ਘੱਟ ਆਪਾਂ ਸਮਾਜਿਕ ਪ੍ਰਾਣੀਆਂ ਦਾ ਫਰਜ਼ ਬਣਦਾ ਵੀ ਇੱਕ ਦਰਖਤ ਆਪਾਂ ਜ਼ਰੂਰ ਲਾਈਏ। ਸੋ ਵੀਰ ਰਣਵੀਰ ਸਿੰਘ ਜੀ ਸਰਪੰਚ ਸਾਹਿਬ ਦਾ ਮੈਂ ਧੰਨਵਾਦ ਕਰਦਾ। ਉਹ ਲੋੜ ਜਿੱਥੇ ਮੌਜੂਦ ਥਾਵਾਂ ਨੇ ਉੱਥੇ ਮਾਤਾ ਜੀ ਦੀ ਯਾਦ ਦੇ ਵਿੱਚ ਪਲਾਂਟ ਜ਼ਰੂਰ ਲਾਉਣਗੇ। ਸੋ ਮੈਂ ਪਰਿਵਾਰ ਦਾ ਧੰਨਵਾਦ ਕਰਦਾ। ਤੇ ਖੁਸ਼ੀ ਤੇ ਗਮੀ ਨੂੰ ਇਸ ਤਰੀਕੇ ਸੈਲੀਬ੍ਰੇਟ ਕੀਤਾ ਜਾਣਾ ਚਾਹੀਦਾ ਵੀ ਅਸੀਂ ਸਮਾਜ ਦਾ ਕੁਝ ਸਾਡੇ এনवायरमेंट ਦਾ ਵਾਤਾਵਰਨ ਦਾ ਕੁਝ ਭਲਾ ਕਰ ਸਕੀਏ। ਸੋ ਇੰਨੀਆਂ ਸਾਰੀਆਂ ਬੇਨਤੀਆਂ ਆਪ ਜੀ ਨੂੰ ਨਿਮਰਤਾ ਸਹਿਤ ਕੀਤੀਆਂ ਹਨ ਔਰ ਖਿਮਾ ਮੰਗਦੇ ਹਾਂ ਕੋਈ ਸਭ ਵੱਧ ਘੱਟ ਗੱਲ ਕਿਹਾ ਗਿਆ ਹੋਵੇ। ਅੰਤ ਦੇ ਵਿੱਚ ਸਰਕਾਰ ਜੋ ਮਾਤਾ ਨਛੱਤਰ ਕੌਰ ਜੀ ਨੂੰ ਇਹੋ ਬੇਨਤੀ ਕਰਦੇ ਹਾਂ ਸਾਹਿਬ ਦੇ ਚਰਨਾਂ 'ਚ ਦਿਓ ਸੱਜਣ ਅਸੀਸੜੀਆਂ ਜੋ ਹੋਗਾ ਸਾਹਿਬ ਸੋ ਮਿਲ। ਸਤਿਗੁਰੂ ਦਿਆਲੂ ਹਨ, ਕਿਰਪਾਲੂ ਹਨ, ਮਾਤਾ ਜੀ ਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਨਿਵਾਸ ਬਖਸ਼ਣਗੇ। ਆਈ ਹੋਈ ਸਾਰੀ ਸੰਗਤ, ਕਿਉਂਕਿ ਧੰਨਵਾਦ ਸਰਦਾਰ ਬਿਰਕ ਸਾਹਿਬ ਜੀ ਨੇ ਸਾਰੀ ਸੰਗਤ ਦਾ ਕਰ ਦਿੱਤਾ। ਫੇਰ ਦੁਬਾਰਾ ਤੁਹਾਡਾ ਧੰਨਵਾਦ ਕਰਦੇ ਹਾਂ। ਆਪ ਜੀ ਦਾ ਚੱਲਿਆ ਹੋਇਆ ਇੱਕ ਇੱਕ ਕੰਮ